ਤਾਂ ਇੱਦਾਂ ਵੀ ਪਤਾ ਲੱਗਾ ਆਗਰੇ ਵਿੱਚ ਸਵੇਰੇ 3-3 ਵਜੇ ਵੀ ਦੁਕਾਨਾਂ ਖੁੱਲ੍ਹੀਆਂ ਨੇ। ਉਦਮ ਵੇਖੋ ਕਿਹੜੇ ਕਿਹੜੇ ਕੰਮਾਂ ਵਾਸਤੇ ਅਸੀਂ ਕਰਦੇ ਹਾਂ। ਪਰ ਸਤਿਗੁਰੂ ਕਹਿੰਦੇ ਉਦਮ ਕਰੇ ਭਲਕੇ ਪ੍ਰਭਾਤੀ, ਭਲਕੇ ਕਹਿੰਦੇ ਰੋਜ਼, ਭਲਕੇ ਨੂੰ ਕਹਿੰਦੇ ਰੋਜ਼ ਡੇਲੀ। ਇਸ਼ਨਾਨ ਕਰੇ, ਸਵੇਰੇ ਉੱਠ ਕੇ ਇਸ਼ਨਾਨ ਕਰੇ, ਪਹਿਲਾਂ ਅੰਮ੍ਰਿਤਸਰ ਨਹਾਵੇ। ਹੁਣ ਆਪਾਂ ਨੂੰ ਲੱਗਦਾ ਹੈ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਗੱਲ ਹੋ ਰਹੀ ਹੈ, ਸ਼੍ਰੀ ਦਰਬਾਰ ਸਾਹਿਬ ਦੀ ਗੱਲ ਹੋ ਰਹੀ ਹੈ। ਪਰ ਸਤਿਗੁਰੂ ਨੇ ਕਿਹਾ ਹੈ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਹਾਤੇ ਕਊਆ ਹੰਸ ਹੋ ਹੈ। ਅੰਮ੍ਰਿਤ ਸਰੋਵਰ ਸਾਡੇ ਅੰਦਰ ਵਗ ਰਿਹਾ ਹੈ, ਅਸੀਂ ਉਸ ਦੇ ਵਿੱਚ ਹੀ ਇਸ਼ਨਾਨ ਕਰਨਾ ਹੈ। ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਬਾਣੀ ਨੇ ਜਗ੍ਹਾ ਜਗ੍ਹਾ ਦੱਸਿਆ। ਪਰ ਬਾਹਰ ਅੰਮ੍ਰਿਤ ਉਹ ਲੱਭਦੇ ਨੇ ਜਿਹੜੇ ਮਨਮੁਖ ਹੁੰਦੇ ਨੇ, ਜਿਹੜੇ ਗੁਰੂ ਦੀ ਗੱਲ ਨਹੀਂ ਸੁਣਦੇ। ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਪਰ ਪਤਾ ਕਿਹਨਾਂ ਨੂੰ ਨਹੀਂ ਲੱਗਿਆ? ਮਨਮੁਖਾਂ ਸਾਧ ਨਾ ਆਇਆ। ਮਨਮੁਖਾਂ ਨੂੰ ਪਤਾ ਨਹੀਂ ਲੱਗਿਆ। ਸੋ ਦੂਜੀ ਤਾਕੀਦ ਹੈ ਸਵੇਰੇ ਉੱਠ ਕੇ ਇਸ਼ਨਾਨ ਕਰਨਾ, ਬਾਣੀ ਦਾ ਵੀ ਇਸ਼ਨਾਨ ਕਰਨਾ, ਪਾਣੀ ਦਾ ਵੀ ਇਸ਼ਨਾਨ ਕਰਨਾ। ਉਸ ਤੋਂ ਬਾਅਦ ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਅਸੀਂ ਜਗ੍ਹਾ ਜਗ੍ਹਾ ਦੁਖੀ ਹੁੰਨੇ ਆਪਣੇ ਕੰਮਾਂ ਵਾਸਤੇ। ਕਿਸੇ ਕੋਲ ਨੌਕਰੀ ਨਹੀਂ ਹੈ, ਕਿਸੇ ਕੋਲ ਮਾਇਆ ਨਹੀਂ ਆ ਰਹੀ, ਕਿਸੇ ਦਾ ਕੰਮ ਨਹੀਂ ਚੱਲ ਰਿਹਾ, ਕੋਈ ਬਿਮਾਰੀ ਤੋਂ ਦੁਖੀ ਹੈ, ਕਿਸੇ ਦੇ ਬੱਚੇ ਨਹੀਂ ਹੋ ਰਹੇ ਤਾਂ ਦੁਖੀ ਹੈ। ਬੇਅੰਤ ਦੁੱਖ ਨੇ ਸੰਸਾਰ ਵਿੱਚ। ਸਾਨੂੰ ਲੱਗਦਾ ਸਾਰੇ ਦੁੱਖਾਂ ਨੇ ਸਾਨੂੰ ਹੀ ਘੇਰਾ ਪਾਇਆ, ਬਾਕੀ ਦੁਨੀਆ ਸੁਖੀ ਵੱਸਦੀ ਹੈ। ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਹੁਕਮ ਤੋਂ ਦੂਰ ਹਾਂ, ਇਸ ਕਰਕੇ ਦੁਖੀ ਹਾਂ। ਕੋਈ ਵੀ ਦੁਖੀ ਹੈ ਤਾਂ ਹੁਕਮ ਵਿੱਚ ਨਹੀਂ ਹੈ ਤਾਂ ਦੁਖੀ ਹੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ। ਬਾਣੀ ਨੇ ਦੱਸ ਦਿੱਤਾ ਸਾਰੇ ਪਾਪ ਵੀ ਲੱਥ ਜਾਣਗੇ, ਦੁੱਖ ਵੀ ਲੱਥ ਜਾਣਗੇ। ਪਰ ਗੁਰੂ ਦਾ ਉਪਦੇਸ਼ ਧਾਰਨ ਕਰ, ਉਪਦੇਸ਼ ਧਾਰਨ ਕਰਕੇ ਉਸ ਦੀ ਗੱਲ ਮੰਨ ਕੇ ਜੋ ਜੋ ਗੁਰੂ ਕਹਿੰਦਾ ਹੈ, ਜੋ ਜੋ ਹੁਕਮ ਪਇਓ ਭਇਓ ਸਾਹਿਬ ਕਾ, ਲੈ ਮਾਥੇ ਲੈ ਮਾਨਿਓ। ਮੱਥੇ ਤੇ ਲਾ ਕੇ ਉਸ ਨੂੰ ਮੰਨਣਾ ਹੈ, ਸਿਰ ਮੱਥੇ ਉਸ ਨੂੰ ਮੰਨਣਾ ਹੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਅਗਲਾ ਹੁਕਮ ਵੀ ਸੁਣ ਲਓ। ਇਹ ਸਾਡੇ ਤੁਹਾਡੇ ਵਾਸਤੇ ਇੱਕੋ ਹੀ ਹੁਕਮ ਹੈ। ਇਹ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ, ਜਿਹਦੇ ਵਿੱਚ ਅਸੀਂ ਨਹੀਂ ਹੈਗੇ। ਅਸੀਂ ਹੱਦ ਤੋੜ ਕੇ ਬਾਹਰ ਘੁੰਮ ਰਹੇ ਹਾਂ, ਇਸ ਕਰਕੇ ਦੁਖੀ ਹਾਂ, ਸੜ ਰਹੇ ਹਾਂ, ਪਰੇਸ਼ਾਨ ਹਾਂ। ਫਿਰ ਚੜ੍ਹੇ ਦਿਵਸ, ਜਦੋਂ ਦਿਨ ਚੜ੍ਹ ਜੇ, ਫਿਰ ਕੀਰਤਨ ਕਰੇ, ਉਹਦੀ ਗੁਰਬਾਣੀ ਦਾ ਗਾਇਨ ਕਰੇ। ਨਹੀਂ ਆਉਂਦਾ ਗਾਇਨ ਕਰਨਾ ਤੇ ਘੱਟ ਤੋਂ ਘੱਟ ਸੁਣਨਾ ਆਉਂਦਾ ਹੈ, ਉਸ ਨੂੰ ਸੁਣਨਾ। ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਜਿਹੜਾ ਵੀ ਕੰਮ ਕਰੇ ਪਰਮੇਸ਼ਰ ਨੂੰ ਮੁੱਖ ਰੱਖ ਕੇ ਕਰੇ। ਜੇ ਅਸੀਂ ਦੁਕਾਨ ਕਰ ਰਹੇ ਹਾਂ, ਸਾਨੂੰ ਲੱਗਦਾ ਹੈ ਕਿ ਅਸੀਂ ਜੇ ਨਾਮ ਹੀ ਜਪਦੇ ਰਵਾਂਗੇ ਦੁਕਾਨ ਕਿਵੇਂ ਕਰਾਂਗੇ, ਨਾਮ ਜਪਦੇ ਰਵਾਂਗੇ ਤੇ ਨੌਕਰੀ ਕਿਵੇਂ ਕਰਾਂਗੇ। ਪਰ ਨਾਮ ਜਪਣਾ ਹੋਰ ਗੱਲ ਹੈ, ਨਾਮ ਮਨ ਨਾਲ ਜਪਣਾ ਹੈ, ਦੁਕਾਨ ਹੱਥਾਂ ਪੈਰਾਂ ਨਾਲ ਚਲਾਉਣੀ ਹੈ। ਤਿਰਲੋਚਨ ਜੀ ਇੱਕ ਵਾਰ ਕਹਿੰਦੇ ਨੇ ਭਗਤ ਨਾਮਦੇਵ ਜੀ ਨੂੰ,
कि ऐना नामदेव का नाम है सारी दुनिया की बहुत वड्डा भगत है, मैं कदे इनू नाम जपदे तां देखिया ही नहीं। कहंदे नामा माया मोहिया कहे तिलोचन मीत, काहे चीपो छाए लै राम न लावो चीत। ਕਹਿੰਦੇ ਦੁਨੀਆ ਇਹਨੂੰ ਭਗਤ ਭਗਤ ਕਹੀ ਜਾਂਦੀ ਹੈ, ਮੈਂ ਤਾਂ ਦੇਖਿਆ ਨਹੀਂ ਕਦੇ ਰਾਮ ਇਹਨੇ ਚੇਤੇ ਕੀਤਾ ਹੋਵੇ। ਨਾਮਦੇਵ ਜੀ ਆਪਣੀ ਕਿਰਤ ਵਿੱਚ ਲੱਗੇ ਰਹਿੰਦੇ ਸੀ, ਆਪਣੀ ਕਿਰਤ ਵਿੱਚ। ਤੇ ਭਗਤ ਤ੍ਰਿਲੋਚਨ ਜੀ ਕਹਿੰਦੇ ਪਤਾ ਨਹੀਂ ਇਹਨੂੰ ਕਿਉਂ ਲੋਕ ਇੰਨਾ ਤਾਰੀਫ ਕਰਦੇ, ਇਹਦੀ ਉਸਤਤ ਕਰਦੇ ਕਿ ਬੜਾ ਵੱਡਾ ਭਗਤ ਹੈ। ਪੁੱਛਦੇ ਕਿ ਤੂੰ ਨਾਮਦੇਵ ਨਾਮ ਤੇ ਜਪਦਾ ਹੀ ਨਹੀਂ। ਤੇ ਨਾਮਦੇਵ ਜੀ ਆਪਣੀ ਦੁਕਾਨ ਚਲਾਉਣ 'ਚ ਬਿਜ਼ੀ ਸਨ ਬਹੁਤ। ਤੇ ਨਾਮਦੇਵ ਜੀ ਨੇ ਪਤਾ ਕੀ ਜਵਾਬ ਦਿੱਤਾ? ਕਹਿੰਦੇ ਨਾਮਾ ਕਹੈ ਤਿਲੋਚਨਾ, ਉਹ ਤਿਰਲੋਚਨਾ ਸੁਣ ਲਾ। ਨਾਮਾ ਕਹੈ ਤਿਰਲੋਚਨਾ, ਮੁਖ ਤੇ ਰਾਮ ਸਮਾਲ। ਕਹਿੰਦੇ ਹਾਥ ਪਾਂਵ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤੈਨੂੰ ਲੱਗਦਾ ਮੈਂ ਨਾਮ ਨਹੀਂ ਜਪਦਾ, ਪਰ ਮੇਰਾ ਚਿੱਤ ਤਾਂ ਨਾਮ ਤੋਂ ਕਦੇ ਟੁੱਟਿਆ ਹੀ ਨਹੀਂ ਇੱਕ ਸਕਿੰਟ ਵਾਸਤੇ ਵੀ। ਇਹ ਤਾਂ ਹੱਥਾਂ ਪੈਰਾਂ ਨਾਲ ਮੈਂ ਕੰਮ ਕਰ ਰਿਹਾ ਹਾਂ, ਕਿਉਂਕਿ ਇਹ ਕਿਰਤ ਮਨ ਦੇ ਨਾਲ ਨਹੀਂ ਹੋ ਸਕਦੀ, ਤਨ ਦੇ ਨਾਲ ਹੀ ਹੋ ਸਕਦੀ ਹੈ। ਤੇ ਨਾਮ ਮਨ ਨਾਲ ਜਪਿਆ ਜਾ ਸਕਦਾ ਹੈ, ਤਨ ਨਾਲ ਨਹੀਂ। ਤਨ ਵਿੱਚ ਰਹਿ ਕੇ ਮਨ ਨੂੰ ਨਾਮ ਜਪਣਾ ਹੈ। ਤਨ ਵਿੱਚ ਰਹਿ ਕੇ ਮਨ ਨੂੰ ਹੁਕਮ ਵਿੱਚ ਆਉਣਾ ਹੈ। ਹੁਕਮ ਵਿੱਚ ਕਿਸ ਤਰ੍ਹਾਂ ਆਵਾਂਗੇ? ਬਾਣੀ ਦੇ ਲੜ ਲੱਗ ਕੇ। ਬਾਣੀ ਸਾਨੂੰ ਬਾਣੀ ਜਗ੍ਹਾ ਜਗ੍ਹਾ ਤੇ ਸੇਧ ਦੇਗੀ, ਹੋਰ ਕੋਈ ਚੀਜ਼ ਨਹੀਂ ਸੰਸਾਰ ਵਿੱਚ ਜਿੱਥੋਂ ਸਾਨੂੰ ਸਮਝ ਆ ਜਾਏ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਫਿਰ ਜਿਹੜਾ ਚੀਤ ਨਿਰੰਜਨ ਨਾਲ ਲੈ ਕੇ ਸਾਸ ਸਾਸ ਵਾਹਿਗੁਰੂ ਵਾਹਿਗੁਰੂ ਬੋਲੇਗਾ, ਅੰਦਰੋਂ ਵਾਹਿਗੁਰੂ ਵਾਹਿਗੁਰੂ ਕਰੇ, ਬਾਹਰੋਂ ਭਾਵੇਂ ਆਪਣਾ ਕੰਮ ਕਰੀ ਜਾਏ, ਭਾਵੇਂ ਸੇਵਾ ਕਰੀ ਜਾਏ, ਦੁਕਾਨ ਤੇ ਬੈਠਾ, ਨੌਕਰੀ ਤੇ ਬੈਠਾ, ਜਿਹੜਾ ਮਰਜੀ ਸੰਸਾਰੀ ਕਾਰ ਵਿਹਾਰ ਕਰੀ ਜਾਏ, ਪਰ ਅੰਦਰ ਜੀ ਦਾ ਚੀਤ ਵਾਹਿਗੁਰੂ ਨਾਲ ਜੁੜਿਆ ਹੁੰਦਾ ਹੈ। ਸੋ ਗੁਰ ਸਿੱਖ ਗੁਰੂ ਮਨ ਭਾਵੈ, ਉਹ ਗੁਰੂ ਨੂੰ ਸਿੱਖ ਚੰਗਾ ਲੱਗਦਾ ਹੈ, ਉਹ ਪਿਆਰਾ ਲੱਗਦਾ ਹੈ, ਦੂਸਰਾ ਨਹੀਂ। ਤੇ ਫਿਰ ਇਹੋ ਜੇ ਗੁਰ ਸਿੱਖ ਤੇ ਦਇਆ ਕਰਕੇ ਜਿਸ ਨੂੰ ਦਿਆਲ ਹੋਏ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਇਹ ਉਪਦੇਸ਼ ਗੁਰਬਾਣੀ ਕਰ ਰਹੀ ਹੈ ਨਾ, ਇਹ ਹਰੇਕ ਬੰਦਾ ਨਹੀਂ ਸੁਣ ਸਕਦਾ। ਭਾਵੇਂ ਲੱਖ ਗੁਰਦੁਆਰੇ ਜਾ ਕੇ ਬੈਠਾ ਰਵੇ, ਪਰ ਉਪਦੇਸ਼ ਨਹੀਂ ਸੁਣ ਸਕਦਾ ਜੇ ਉਹਦੇ ਤੇ ਸਤਿਗੁਰੂ ਦੀ ਕਿਰਪਾ ਨਾ ਹੋਵੇ, ਜਿਸ ਤੇ ਸਤਿਗੁਰੂ ਦਇਆਲ ਨਾ ਹੋਵਣ, ਜਿਸ ਤੇ ਸਤਿਗੁਰੂ ਪਰਮੇਸ਼ਰ ਨੂੰ ਦਇਆ ਨਾ ਆਈ ਹੋਵੇ, ਜਦੋਂ ਤੱਕ ਉਦੋਂ ਤੱਕ ਉਪਦੇਸ਼ ਨਹੀਂ ਸੁਣ ਸਕਦਾ। ਭਾਵੇਂ ਕੋਈ ਕੀਰਤਨ ਕਰਨ ਵਾਲਾ ਵੀ ਕਿਉਂ ਨਾ ਹੋਵੇ, ਕੋਈ ਸੁਣਨ ਵਾਲਾ ਵੀ ਕਿਉਂ ਨਾ ਹੋਵੇ, ਕੋਈ ਵੀ ਹੋਵੇ, ਇੱਕੋ ਜਿਹਾ ਸਤਿਗੁਰੂ ਦਾ ਵਰਤਾਵਾ ਹੈ, ਦੋ ਨਹੀਂ। ਫਿਰ ਸਤਿਗੁਰੂ ਕਹਿੰਦੇ, ਧੰਨ ਗੁਰੂ ਨਾਨਕ ਪਾਤਸ਼ਾਹ ਨਾਨਕ ਨਾਮ ਦੀ ਮੋਹਰ ਲਾ ਰਹੇ ਨੇ। ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ। ਫਿਰ ਆ ਜਿਹੜੇ ਸਾਰੇ ਕੰਮ ਜਿਹੜਾ ਗੁਰ ਸਿੱਖ ਕਰ ਲਵੇਗਾ, ਫਿਰ ਨਾਨਕ ਉਹਦੇ ਚਰਨਾਂ 'ਚ ਮੱਥਾ ਟੇਕ ਦੇਵੇਗਾ। ਫਿਰ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ। ਫਿਰ ਐਸੇ ਗੁਰ ਸਿੱਖ ਦੀ ਗੁਰੂ ਨਾਨਕ ਧੂੜ ਚਰਨਾਂ ਦੀ ਮੰਗਦਾ ਹੈ।
ਚਰਨਾਂ ਦੀ ਧੂੜ। ਦੇਖੋ ਗੁਰੂ ਨਾਨਕ ਕਿੰਨੀ ਵਡਿਆਈ ਸਿੱਖ ਨੂੰ ਦਿੰਦੇ ਨੇ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾ। ਜਿਨੇ ਜਪਿਆ ਹੋਏਗਾ ਉਹੀ ਦੂਜੇ ਨੂੰ ਨਾਮ ਜਪਾ ਸਕਦਾ ਹੈ। ਜਿਹਦਾ ਆਪ ਨਹੀਂ ਜਪਿਆ ਦੂਜੇ ਨੂੰ ਕਹੀ ਜਾਵੇ ਤੂੰ ਵਾਹਿਗੁਰੂ ਬੋਲ, ਤੂੰ ਵਾਹਿਗੁਰੂ ਬੋਲ, ਉਹਦੇ ਕਹੇ ਦਾ ਫਿਰ ਅਸਰ ਵੀ ਨਹੀਂ ਹੋ ਸਕਦਾ। ਇਸੇ ਕਰਕੇ ਗੁਰਬਾਣੀ ਨੇ ਸਾਨੂੰ ਪੂਰਨ ਮਹਾਂਪੁਰਸ਼ਾਂ ਦੇ ਲੜ ਲਾਉਣ ਦੀ ਤਾਕੀਦ ਕੀਤੀ ਹੈ, ਕਿਉਂਕਿ ਉਹ ਆਪ ਪਹਿਲਾਂ ਉਪਦੇਸ਼ ਕਮਾਉਂਦੇ ਨੇ, ਆਪ ਹੁਕਮ ਵਿੱਚ ਰਹਿ ਕੇ ਹੁਕਮ ਕਮਾਉਂਦੇ ਨੇ, ਤੇ ਫਿਰ ਹੁਕਮ ਮੰਨਣਾ ਦੂਜਿਆਂ ਨੂੰ ਸਿਖਾਉਂਦੇ ਨੇ, ਕਿਉਂਕਿ ਉਹਨਾਂ ਨੂੰ ਮੰਨਣਾ ਆ ਗਿਆ ਸੱਚ। ਸੋ ਕਹਿਣ ਤੋਂ ਭਾਵ ਹੈ ਕਿ ਜਿਹੜੀ ਵੀ ਚੀਜ਼, ਜਿਹੜੀ ਸ਼ੈ, ਜੇ ਅਸੀਂ ਜਦੋਂ ਤੱਕ ਹੁਕਮ ਵਿੱਚ ਨਹੀਂ ਆਵਾਂਗੇ ਤਾਂ ਸਤਿਗੁਰੂ ਸਾਨੂੰ ਪਿਆਰ ਨਹੀਂ ਕਰਨਗੇ ਤੇ ਸਾਡੇ ਉੱਤੇ ਦਿਆਲ ਹੋ ਕੇ ਸਾਡੇ ਦੁੱਖ ਨਹੀਂ ਹਰਣਗੇ। ਫਿਰ ਅਸੀਂ ਏਦਾਂ ਹੀ ਦੁਖੀ ਹੋ ਕੇ ਜੰਮਦੇ ਰਵਾਂਗੇ, ਮਰਦੇ ਰਵਾਂਗੇ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਜੰਮਦੇ ਰਵਾਂਗੇ, ਮਰਦੇ ਰਵਾਂਗੇ। ਕਦੇ ਕਿਸੇ ਦੇ ਧੀ ਪੁੱਤਰ ਬਣਾਂਗੇ, ਕਦੇ ਕਿਸੇ ਦੇ ਮਾਂ-ਬਾਪ ਬਣਾਂਗੇ। ਇਹ ਚੱਲਦਾ ਰਹੇਗਾ, ਖੇਲ ਚੱਲੀ ਜਾ ਰਿਹਾ। ਕਿਉਂ ਨਾ ਸਤਿਗੁਰੂ ਨੇ ਬਖਸ਼ਿਸ਼ ਕਰਕੇ ਸਾਨੂੰ ਸਤਸੰਗ ਬਖਸ਼ਿਸ਼ ਕੀਤਾ ਹੈ, ਤੇ ਸਤਿਗੁਰੂ ਕਹਿ ਰਹੇ ਨੇ ਹੁਕਮ ਦੇ ਵਿੱਚ ਆ ਜਾ, ਤੇਰੇ ਸਾਰੇ ਦੁੱਖ ਕੱਟੇ ਜਾਣਗੇ। ਆ ਹੁਣੇ ਇੰਨੇ ਮਜ਼ਦੂਰ ਆਪਾਂ ਦੇਖ ਰਹੇ ਵਿਚਾਰੇ ਪੈਦਲ ਚੱਲ ਚੱਲ ਕੇ ਆਪਣੇ ਘਰਾਂ 'ਚ ਜਾ ਰਹੇ ਨੇ, ਪਰ ਜੇ ਕਿਸੇ ਸਿਸਟਮ ਵਿੱਚ ਆ ਕੇ ਜਿਵੇਂ ਕੋਈ ਰੇਲ ਗੱਡੀ 'ਚ ਬਹਿ ਜਾਣ ਤਾਂ ਫਿਰ ਤੁਰਨਾ ਤੇ ਨਹੀਂ ਪੈਂਦਾ ਨਾ। ਕਿਸੇ ਕਾਰ ਸਕੂਟਰ ਤੇ ਬਹਿ ਜਾਓ, ਤੁਰਨਾ ਤੇ ਨਹੀਂ ਪੈਂਦਾ ਨਾ, ਉਹੀ ਤੁਰਦਾ ਹੈ। ਆਪਾਂ ਉੱਤੇ ਬੈਠੇ ਰਹਿੰਦੇ ਹਾਂ ਪਰ ਮੰਜ਼ਿਲ ਤੇ ਪਹੁੰਚ ਜਾਂਦੇ ਹਾਂ। ਏਦਾਂ ਹੀ ਜਿਹੜਾ ਹੁਕਮ ਰੂਪੀ ਜਹਾਜ਼ ਹੈ ਉਸ ਦੇ ਵਿੱਚ ਅਸੀਂ ਬੈਠਣਾ ਹੈ। ਬਾਕੀ ਤਾਂ ਜਹਾਜ਼ ਦਾ ਕੰਮ ਹੈ ਕਿ ਸਾਨੂੰ ਪਾਰ ਲਗਾਉਣਾ ਹੈ ਕਿ ਨਹੀਂ। ਕਦੇ ਅਸੀਂ ਟ੍ਰੇਨ ਤੇ ਬੈਠਣ ਲੱਗੇ ਡਰਾਈਵਰ ਨੂੰ ਪੁੱਛਦੇ ਹਾਂ, ਭਾਈ ਤੈਨੂੰ ਚਲਾਉਣੀ ਆਉਂਦੀ ਹੈ ਕਿ ਨਹੀਂ ਗੱਡੀ। ਕਦੇ ਬੱਸ ਤੇ ਬੈਠਣ ਲੱਗੇ ਪੁੱਛਦੇ ਡਰਾਈਵਰ ਨੂੰ, ਤੈਨੂੰ ਚਲਾਉਣੀ ਆਉਂਦੀ ਹੈ ਕਿ ਨਹੀਂ। ਪਰ ਇੱਥੇ ਅਸੀਂ ਜਗ੍ਹਾ ਜਗ੍ਹਾ ਪੁੱਛਦੇ ਹਾਂ, ਪਤਾ ਨਹੀਂ ਕਿਹੋ ਜਿਹਾ। ਕਿੰਤੂ ਪਰੰਤੂ ਢੇਰ ਲਗਾ ਕੇ ਬੈਠੇ ਹੋਏ ਅਸੀਂ, ਹੁਕਮ ਨਹੀਂ ਮੰਨਦੇ। ਸਾਨੂੰ ਤਾਂ ਕੋਈ ਕਥਾ ਸੁਣਾਉਣ ਵਾਲਾ ਕੋਈ ਬਹੁਤ ਵੱਡਾ ਸ੍ਰੀ ਦਰਬਾਰ ਸਾਹਿਬ ਤੋਂ ਆਵੇ ਫਿਰ ਤੇ ਸੁਣਾਂਗੇ। ਜੇ ਕੋਈ ਹੋਰ ਸੁਣਾਵੇ ਤੇ ਲੱਗਦਾ ਉਹ ਸੁਣਾ ਰਿਹਾ। ਅਸੀਂ ਇਹ ਨਹੀਂ ਸੋਚਦੇ ਕਿ ਕਥਾ ਕੋਈ ਸੁਣਾ ਨਹੀਂ ਸਕਦਾ, ਗੁਰੂ ਹੀ ਸੁਣਾ ਸਕਦਾ ਹੈ, ਬੰਦਾ ਨਹੀਂ ਸੁਣਾ ਸਕਦਾ। ਜੇ ਸਾਡੇ ਕੰਨਾਂ 'ਚ ਪੈ ਰਹੀ ਹੈ ਤਾਂ ਗੁਰੂ ਸੁਣਾ ਰਿਹਾ ਹੈ, ਗੁਰੂ ਦਾ ਹੁਕਮ ਹੈ, ਗੁਰੂ ਦੇ ਹੁਕਮ 'ਚ ਆਉਣਾ ਹੈ, ਬੰਦੇ ਦੇ ਹੁਕਮ 'ਚ ਨਹੀਂ। ਬੰਦੇ ਦੇ ਤਾਂ ਮੂੰਹ ਤੋਂ ਕਢਾਉਂਦਾ ਹੈ ਬਸ, ਕਿਉਂਕਿ ਇਹ ਮੂੰਹ ਉਸਨੇ ਦਿੱਤਾ ਹੈ, ਇਹ ਸਵਾਸ, ਇਹ ਰਸਨਾ ਉਸਨੇ ਦਿੱਤੀ ਹੈ ਤੇ ਸਭ ਨੂੰ ਕੰਮ ਲਾਇਆ ਹੈ। ਸਤਿਗੁਰੂ ਪਰਮੇਸ਼ਰ ਨੇ ਸਭ ਨੂੰ ਹੁਕਮ ਲਾਇਆ ਹੈ, ਆਪਣੇ ਹੁਕਮ 'ਚ ਹੀ ਸਾਰਾ ਕੁਝ ਉਹ ਕਰਵਾ ਰਿਹਾ ਹੈ। ਇਹ ਸੋਚ ਕੇ ਹੀ ਸਤਸੰਗ ਸੁਣਨਾ ਹੈ। ਸਤ ਸੰਗਤ ਕੋਈ ਵੀ ਬਾਣੀ ਪੜ੍ਹ ਰਿਹਾ ਹੋਵੇ, ਆ ਬੱਚੇ ਪੜ੍ਹ ਰਹੇ ਸੀ, ਕਿੰਨੇ ਸੋਹਣੀ ਬਾਣੀ ਪੜ੍ਹ ਰਹੇ ਸੀ, ਪਰ ਅਸੀਂ ਸੋਚਾਂਗੇ ਇੱਥੇ ਹੁਣ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਕੀਰਤਨ ਕਰਨ, ਤਾਂ ਹੀ ਅਸੀਂ ਜ਼ਿਆਦਾ ਸੁਣਨ ਆਵਾਂਗੇ, ਜ਼ਿਆਦਾ ਸਵਾਦ ਆਏਗਾ। ਇਹਦਾ ਮਤਲਬ ਅਜੇ ਹੁਕਮ ਵਿੱਚ ਨਹੀਂ ਅਸੀਂ, ਕਿਉਂਕਿ ਬਾਣੀ ਕਿਹਦੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਕੋਈ ਬਹੁਤ ਵੱਡਾ ਕੀਰਤਨੀਆ, ਸਾਰੇ ਸਤਿਕਾਰਯੋਗ ਨੇ, ਕਥਾਵਾਚਕ, ਪੰਥ ਦੇ ਮਹਾਨ ਨੇ, ਉਹਨਾਂ ਦੀ
ਸ਼ਾਨ ਵਿੱਚ ਕੋਈ ਗੁਸਤਾਖੀ ਨਹੀਂ ਕਰ ਰਿਹਾ ਦਾਸ, ਬਸ ਬੇਨਤੀ ਇੰਨੀ ਕਰ ਰਿਹਾ ਕਿ ਗੁਰੂ ਨਾਲ ਪਿਆਰ ਕਰਾਂਗੇ ਤਾਂ ਬਾਣੀ ਨਾਲ ਪਿਆਰ ਹੋਵੇਗਾ। ਜਦੋਂ ਬਾਣੀ ਨਾਲ ਪਿਆਰ ਹੋਵੇਗਾ, ਕੋਈ ਬੱਚਾ ਕੀਰਤਨ ਕਰੇ, ਵੱਡਾ ਕਰੇ, ਛੋਟਾ ਕਰੇ, ਮਾਈ ਕਰੇ, ਭਾਈ ਕਰੇ, ਸਾਨੂੰ ਕੀਰਤਨ ਸੋਹਣਾ ਲੱਗੇਗਾ, ਚੰਗਾ ਲੱਗੇਗਾ, ਸਾਨੂੰ ਮਿੱਠਾ ਲੱਗੇਗਾ। ਜੇ ਕਿਸੇ ਵਿਸ਼ੇਸ਼ ਦਾ ਸਾਨੂੰ ਮਿੱਠਾ ਲੱਗ ਰਿਹਾ ਤੇ ਅਜੇ ਪਹੁੰਚੇ ਨਹੀਂ ਅਸੀਂ। ਅਜੇ ਅਸੀਂ ਡਰਾਈਵਰ ਕੋ ਪੁੱਛ ਰਹੇ ਤੂੰ ਪਹੁੰਚਾ ਦੇਗਾ ਕਿ ਨਹੀਂ। ਉਹ ਡਰਾਈਵਰ ਕੋਈ ਵੀ ਹੋਵੇ, ਗੱਡੀ ਤਾਂ ਉੱਥੇ ਹੀ ਜਾਣੀ, ਮੰਜ਼ਿਲ ਤੇ ਹੀ ਜਾਣੀ। ਜਹਾਜ਼ ਦੇ ਕਾਕਪਿਟ ਵਿੱਚ ਜਾ ਕੇ ਨਹੀਂ ਪੁੱਛਦੇ ਅਸੀਂ ਪਾਇਲਟ ਨੂੰ ਤੈਨੂੰ ਉਡਾਉਣਾ ਆਉਂਦਾ ਹੈ ਕਿ ਨਹੀਂ। ਸਭ ਨੂੰ ਪਤਾ ਇਹਦੇ ਵਿੱਚ ਬਹਿ ਗਏ ਤਾਂ ਦੂਸਰੇ ਦੇਸ਼ ਅੱਪੜ ਹੀ ਜਾਵਾਂਗੇ। ਇਸੇ ਤਰ੍ਹਾਂ ਅਸੀਂ ਸਾਰਿਆਂ ਨੇ ਇੱਕ ਦਿਨ ਪ੍ਰੀਤਮ ਕੇ ਦੇਸ਼ ਜਾਣਾ ਹੈ ਤੇ ਗੱਲਾਂ ਨਾਲ ਤੇ ਜਾ ਨਹੀਂ ਸਕਦੇ। ਆ ਸਾਰੇ ਜਿਹੜੇ ਹੁਣੇ ਹੁਕਮ ਸਤਿਗੁਰੂ ਨੇ ਕੀਤੇ ਨੇ, ਉਸ ਹੁਕਮ ਵਿੱਚ ਰਹਿ ਕੇ ਹੀ ਜਾ ਸਕਦੇ ਹਾਂ। ਸਾਧ ਸੰਗਤ, ਛੇਤੀ ਤੋਂ ਛੇਤੀ ਆਪਾਂ ਕੋਸ਼ਿਸ਼ ਕਰੀਏ ਹੁਕਮ ਨੂੰ ਮੰਨਣ ਦਾ। ਹੁਕਮ ਵਿੱਚ ਅਸੀਂ ਦਾਖਲ ਹੋ ਜਾਈਏ, ਜਿਵੇਂ ਜਿਵੇਂ ਗੁਰੂ ਕਹਿੰਦਾ ਉਦਾਂ ਉਦਾਂ ਮੰਨ ਲਈਏ ਤਾਂ ਹੁਕਮ ਮੰਨਦੇ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਫਿਰ ਸਾਨੂੰ ਆਪਣੇ ਮਹਿਲ ਵਿੱਚ ਜਗ੍ਹਾ ਦੇਣਗੇ। ਸਤਿਗੁਰੂ ਗੁਰਬਾਣੀ ਕਹਿ ਰਹੀ, ਕੋਈ ਮੈਂ ਪੱਲਿਓਂ ਨਹੀਂ ਕਹਿ ਰਿਹਾ। ਸਤਿ ਜਿਹੜਾ ਹੁਕਮ ਮੰਨੇਗਾ ਉਹ ਪ੍ਰਵਾਨ ਹੋਵੇਗਾ, ਉਸ ਦਾ ਜੀਵਨ ਪ੍ਰਵਾਨ ਹੋਵੇਗਾ। ਜਿਵੇਂ ਕਿ ਸੰਤ ਬਾਬਾ ਸੁਰਿੰਦਰ ਸਿੰਘ ਮਹਾਰਾਜ ਜੀ ਨੇ ਸਾਰਾ ਜੀਵਨ ਉਸ ਪਰਮੇਸ਼ਰ ਦੇ ਹੁਕਮ ਅਨੁਸਾਰ ਹੁਕਮ ਵਿੱਚ ਰਹਿ ਕੇ ਗੁਜ਼ਾਰਿਆ। ਹੁਕਮ ਵਿੱਚ ਗੁਜ਼ਾਰਦੇ ਹੋਏ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਤਾਂ ਸੱਚਖੰਡ ਵਿਰਾਜੇ ਗੁਰੂ ਦੇ ਮਹਿਲ 'ਚ ਬੈਠ ਕੇ ਜਾ ਕੇ। ਮਹਿਲ ਮਹਿ ਬੈਠੇ ਅਗਮ ਅਪਾਰ। ਉਹ ਕਿਸ ਤਰ੍ਹਾਂ ਦਾ ਮਹਿਲ ਹੈ ਜਿੱਥੇ ਰੱਬ ਰਹਿੰਦਾ ਹੋਵੇਗਾ। ਬੰਦੇ ਰਹਿੰਦੇ ਤਾਂ ਏਡੇ ਏਡੇ ਮਹਿਲ ਬਣਾ ਲੈਂਦੇ ਨੇ, 1000 2-2000 10-10,000 ਗਜਾਂ ਦੇ ਘਰਾਂ 'ਚ ਰਹਿੰਦੇ ਨੇ। ਤਾਂ ਜਿਹਦੀ ਸਾਰੀ ਕਾਇਨਾਤ ਹੈ, ਜਿਹਦੀ ਸਾਰੀ ਦੁਨੀਆ ਬਣਾਈ ਹੋਈ ਹੈ, ਉਹਦਾ ਮਹਿਲ ਕਿੰਨਾ ਸੋਹਣਾ ਹੋਵੇਗਾ। ਸਤ ਸੰਗਤ ਜੀ, ਉਸ ਮਹਿਲ ਦੀ ਜਾਚਨਾ ਕਰੀਏ, ਉਸ ਦੇ ਮਹਿਲ ਵਿੱਚ ਜਾਣਾ ਹੈ ਅਸੀਂ ਸਾਰਿਆਂ ਨੇ। ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਐ, ਤਿਹ ਪਤ ਪਾਦਕ ਚਰਨ ਲਿਵ ਲਾਗੀ ਰਹੈ। ਉਹਦੇ ਚਰਨਾਂ 'ਚ ਲਿਵ ਲਾ ਕੇ, ਉਹਦੇ ਹੁਕਮ ਨੂੰ ਮੰਨ ਕੇ, ਉਹਦੇ ਦਰ ਤੇ ਬੈਠ ਕੇ ਉਹਦਾ ਹੁਕਮ ਸਿੱਖ ਕੇ ਤੇ ਉਹਦਾ ਹੁਕਮ ਮੰਨ ਕੇ ਆਪਣਾ ਜੀਵਨ ਸਫਲ ਕਰਨਾ ਹੈ। ਸੋ ਬਹੁਤ ਅੱਜ ਵਾਸਤੇ ਆਪ ਸਾਰਿਆਂ ਦਾ ਧੰਨਵਾਦ। ਆਪ ਜੀ ਨੇ ਇਕਾਗਰ ਚਿੱਤ ਹੋ ਕੇ ਗੁਰੂ ਦੀ ਬਾਣੀ ਸਰਵਣ ਕੀਤੀ ਹੈ। ਇੱਕ ਇੱਕ ਅੱਖਰ ਤੁਹਾਡਾ ਸਰਵਣ ਕੀਤਾ ਹੋਇਆ ਹਿਰਦੇ ਵਿੱਚ ਪਹੁੰਚੇ, ਤੇ ਹਿਰਦੇ ਵਿੱਚ ਜਦੋਂ ਪਹੁੰਚਦੀ ਹੈ ਗੁਰਬਾਣੀ ਤਾਂ ਜਿਹੋ ਜੀ ਚੀਜ਼ ਪਾਓ ਨਾ, ਜ਼ਹਿਰ ਜੇ ਆਪਾਂ ਪੀ ਲਈਏ ਤਾਂ ਮਰਨਾ ਤੈਅ ਹੋ ਜਾਂਦਾ, ਜੇ ਅੰਮ੍ਰਿਤ ਪੀ ਲਈਏ ਤਾਂ ਅਮਰ ਹੋਣਾ ਵੀ ਤੈਅ ਹੋ ਜਾਂਦਾ ਹੈ। ਅੰਮ੍ਰਿਤ ਪੀਵੈ ਅਮਰ ਸੋ ਹੋਏ। ਔਰ ਅੰਮ੍ਰਿਤ ਕੀ ਹੈ? ਅੰਮ੍ਰਿਤ ਹਰਿ ਕਾ ਨਾਮ ਹੈ। ਵਰਸੈ ਕਿਰਪਾ ਧਾਰ, ਉਹ ਵਰਸ ਰਿਹਾ ਹੈ, ਅੰਦਰ ਹੈ, ਉਹ ਪਰਮੇਸ਼ਰ ਦਾ ਨਾਮ ਹੈ ਤਾਂ ਅਸੀਂ ਚੱਲ ਰਹੇ ਹਾਂ। ਜੇ ਨਹੀਂ ਹੁੰਦਾ ਤਾਂ ਨਹੀਂ ਚੱਲ ਰਹੇ ਹੁੰਦੇ। ਬਸ ਹੁਕਮ ਮੰਨਣਾ ਹੈ ਤੇ ਉਸ ਤੱਕ ਪਹੁੰਚ ਜਾਣਾ ਹੈ। ਆਪਾਂ ਸਾਰੇ ਹੀ ਕੋਸ਼ਿਸ਼ ਕਰੀਏ। ਪਹੁੰਚੇ ਤਾਂ ਅਜੇ ਅਸੀਂ ਵੀ ਨਹੀਂ ਕਿ ਇੱਥੇ ਗੱਲਾਂ ਕਰ ਰਹੇ ਹਾਂ ਆਪ ਸਮਝੋ ਪਹੁੰਚ ਗਏ, ਨਹੀਂ, ਐਸਾ ਨਹੀਂ। ਆਪਾਂ ਸਾਰੇ ਅਜੇ ਰਾਹੀ ਹਾਂ, ਪਰ ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ ਸਤਿਗੁਰੂ ਅੱਗੇ ਸਾਨੂੰ ਸਾਰਿਆਂ ਨੂੰ ਮੰਜ਼ਿਲ ਤੇ ਪਹੁੰਚਾਓ। ਸਤਿਗੁਰੂ ਸਾਨੂੰ ਆਪਣੀ ਗਲ ਬੱਕੜੀ ਵਿੱਚ ਲੈ ਕੇ
ਸਾਡਾ ਜੀਵਨ, ਸਾਡੇ ਸਵਾਸ ਸਫਲ ਕਰੋ, ਤਾਂ ਹੀ ਇਹ ਜੀਵਨ ਦਾ ਮਨੋਰਥ ਸਫਲ ਹੋਣਾ ਹੈ। ਸਾਰੇ ਹਸੰਦਿਆਂ ਖਿਲੰਦਿਆਂ ਵਿੱਚੇ ਹੀ ਮੁਕਤ ਹੋ ਜਾਣੀ ਹੈ। ਸਭ ਕੰਮ ਕਰਦੇ ਹੋਏ, ਕੰਮ ਕਾਰ ਕਰਦੇ ਹੋਏ, ਬੱਚਿਆਂ 'ਚ ਰਹਿੰਦੇ ਹੋਏ, ਪਰਿਵਾਰ 'ਚ ਰਹਿੰਦੇ ਹੋਏ ਮੁਕਤ ਹੋ ਜਾਣੀ ਹੈ। ਇਹ ਤਾਂ ਸਭ ਦਾ ਅਸੀਂ ਲੈਣਾ ਦੇਣਾ ਹੈ, ਤਾਂ ਇਹ ਸਾਨੂੰ ਮਿਲਿਆ ਪਰਿਵਾਰ ਦੇ ਰੂਪ ਵਿੱਚ। ਇਹ ਸਭ ਦਾ ਇੱਕ ਦਿਨ ਚੁੱਕ ਜਾਏਗਾ, ਕਿਉਂਕਿ ਜੇ ਹੁਕਮ 'ਚ ਰਹਾਂਗੇ ਤਾਂ ਹੀ ਹੋਏਗਾ। ਤਾਂ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ। ਤਾਂ ਸਾਰੇ ਅਹੰਕਾਰ ਮਿਟ ਜਾਣਗੇ। ਫਿਰ ਸਾਨੂੰ ਜਿਹੜੇ ਛੋਟੇ ਛੋਟੇ ਅਹੰਕਾਰ ਸਾਨੂੰ ਤੁਰਨ ਨਹੀਂ ਦਿੰਦੇ ਨਾ, ਇਹ ਫਿਰ ਸਾਨੂੰ ਪੜਦਾ ਸਾਡਾ ਲੱਥ ਜਾਏਗਾ। ਕਿਉਂਕਿ ਹਰ ਜੀਉ ਅਹੰਕਾਰ ਨਾ ਭਾਵੈ, ਉਹਨੂੰ ਚੰਗਾ ਨਹੀਂ ਲੱਗਦਾ ਅਹੰਕਾਰ। ਜਿਹਦਾ ਅਹੰਕਾਰ ਦਾ ਪੜਦਾ ਉਤਰੇਗਾ ਉਹ ਹੁਕਮ ਦੇ ਵਿੱਚ ਆਏਗਾ। ਸੋ ਅਸੀਂ ਅਰਦਾਸ ਕਰਦੇ ਹਾਂ, ਆਪਾਂ ਸਾਰੇ ਆਪ ਸਾਰੀ ਸੰਗਤ ਹੁਕਮ ਵਿੱਚ ਆਓ ਅਤੇ ਹੁਕਮ ਨੂੰ ਮੰਨਦੇ ਹੋਏ ਆਪਣਾ ਜੀਵਨ ਸਫਲ ਬਣਾਓ। ਸਾਰੇ ਆਖਰੀ ਵਾਰ ਪੰਕਤੀਆਂ ਪੜ੍ਹੀਏ, ਫਿਰ ਸਮਾਪਤੀ ਪਾਏ। ਨਾਨਕ ਹੁਕਮ ਜੇ ਬੁਝੈ, ਤਾਹਉ ਮੈਂ ਕਹੈ ਨ ਕੋਇ। ਸਾਰੇ ਜਪੋ। ਨਾਨਕ ਹੁਕਮ ਜੇ ਬੁਝੈ, ਤਾਹਉ ਮੈਂ ਕਹੈ ਨ ਕੋਇ। ਨਾਨਕ ਤਾਹਉ ਮੈਂ ਕਹੈ ਨ ਕੋਇ, ਤਾਹਉ ਮੈਂ ਕਹੈ ਨ ਕੋਇ। ਤਾਹਉ ਮੈਂ ਕਹੈ ਨ ਕੋਇ, ਤਾਹਉ ਮੈਂ ਕਹੈ ਨ ਕੋਇ। ਨਾਨਕ ਹੁਕਮ ਜੇ ਬੁਝੈ, ਤਾਹਉ ਮੈਂ ਕਹੈ ਨ ਕੋਇ। ਨਾਨਕ ਹੁਕਮ ਜੇ ਬੁਝੈ, ਤਾਹਉ ਮੈਂ ਕਹੈ ਨ ਕੋਇ। ਤਾਹਉ ਮੈਂ ਕਹੈ ਨ ਕੋਇ। ਹੁਕਮ ਅੰਦਰ ਸਭ ਕੋ, ਹੁਕਮ ਅੰਦਰ ਬਾਹਰ ਹੁਕਮ ਨ ਕੋਇ। ਬਾਹਰ ਹੁਕਮ ਨ ਕੋਇ, ਬਾਹਰ ਹੁਕਮ ਨ ਕੋਇ। ਨਾਨਕ ਹੁਕਮ ਜੇ ਬੁਝੈ, ਤਾਹਉ ਮੈਂ ਕਹੈ ਨ ਕੋਇ। ਤਾਹਉ ਕਹੈ ਨ ਕੋਇ। ਤਾਹਉ ਮੈਂ ਕਹੈ ਨ ਕੋਇ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹ ਪਾਤਸ਼ਾਹ, ਨਿਹਚਲ ਚੌਰ ਛਤ ਪੌੜੀ। ਸਤਨਾਮ ਸ਼੍ਰੀ ਵਾਹਿਗੁਰੂ। ਸਿੱਖੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ ਮੁਖ ਉਜਲ, ਸਦਾ ਸੁਖੀ
नानक सिमरते कराम कली महला तीजा आनंद एक ओंकार सतगुर प्रसाद आनंद पया मेरी माए सतगुरु मैं पार सतगुर का पाया सैच मन वजिया वाधाइया शब्दों ता गावो हरि केरा मन जिने वसाया हे मन मेरे सदा रहो हरना हरना अंगीकार कर तेरा कार्य सब सुधारना साचे साहेबा क्या नहीं करते करता तेरे सब कुछ है निर्दय सो पावे सदा नाम जिनका मन मस्यावा दे शब्द कनेरे साचा नाम मेरा आधार साच नाम आधार मेरा दिल धोखा सब गवाइया परेशान सदा कुर्बान किता गुर विट हो जिस दिया वडियाइया साचा नाम मेरा आधार वाजे शबद दरबार सुभागे पंच दूत तुद वस कीते काल कंटक मारिया है नानक दस को आदत कर अनहद वाजे अनंद सुनो बड़ भागी हो सत मनोरथ पूरे दुख रोग संताप उतरे सुने सच्ची बाणी सुनते पुनीत कहते पवित्र सत्य रहे भरपूरे पवन गुरु पानी पिता माता तरत मात चंगियाइया बुराइया बाजे धर्मा दूर जिनी नाम ते आया गए सकत काल जिनी नाम ते आया गए सकत काल नानक ते उजेले कहती छुट्टी ना कहती छुट्टी ना जिनी नाम ते आया गए मसकत का नानक ते मुख उजले कहती छुट्टी ना वाहिगुरु जी का खालसा वाहिगुरु जी की फतेह जियो पिंड सब तेरी रास तुम मात पिता कोई न जाने तुमरा अंत चेते